ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਪੰਜਾਬੀ ਨਿਊਜ਼। ਮੈਂ ਤੁਹਾਡੇ ਨਾਲ ਰਮਨ ਬਾਜਵਾ। ਖਬਰਾਂ ਦੇ ਵਿਸਥਾਰ ਤੋਂ ਪਹਿਲਾਂ ਇੱਕ ਨਜ਼ਰ ਮਾਰਾਂਗੇ ਹੁਣ ਤੱਕ ਦੀਆਂ ਹੈਡਲਾਈਨਸ ਤੇ। ਚੀਨ ਦੀ ਸਰਹੱਦ ਤੇ ਮਾਲਡੋ ਵਿੱਚ ਦੋਵਾਂ ਦੇਸ਼ਾਂ ਵਿਚਾਲੇ ਲੈਫਟੀਨੈਂਟ ਜਨਰਲ ਪੱਧਰ ਦੀ ਗੱਲਬਾਤ ਦਾ ਸਕਾਰਾਤਮਕ ਅਸਰ ਆਇਆ ਸਾਹਮਣੇ। ਦੋਵਾਂ ਦੇਸ਼ ਸ਼ਾਂਤੀ ਬਹਾਲੀ ਲਈ ਸਹਿਮਤ। ਟਕਰਾਅ ਵਾਲੀ ਥਾਂ ਤੋਂ ਪਿੱਛੇ ਹਟਣਗੀਆਂ ਫੌਜਾਂ। ਭਾਰਤ ਚੀਨ ਸੰਬੰਧਾਂ ਵਿੱਚ ਖਿੱਚੋਤਾਣ ਦੌਰਾਨ ਚੀਨ ਤੇ ਰੂਸ ਦੇ ਵਿਦੇਸ਼ ਮੰਤਰੀਆਂ ਨਾਲ ਮੀਟਿੰਗ ਵਿੱਚ ਸ਼ਾਮਲ ਹੋਏ ਭਾਰਤੀ ਵਿਦੇਸ਼ ਮੰਤਰੀ ਐਸ ਜੈਸ਼ੰਕਰ। ਕਿਹਾ ਅੰਤਰਰਾਸ਼ਟਰੀ ਕਾਨੂੰਨ ਦਾ ਸਨਮਾਨ ਕਰਨਾ ਜ਼ਰੂਰੀ। ਦੇਸ਼ ਵਿੱਚ ਮਹਾਮਾਰੀ ਦਾ ਕਹਿਰ ਲਗਾਤਾਰ ਵਧਿਆ। ਸਿਹਤ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਮੁਤਾਬਿਕ ਦੇਸ਼ ਵਿੱਚ ਕੁੱਲ ਮਰੀਜ਼ਾਂ ਦੀ ਗਿਣਤੀ 4,40,215, 14,011 ਲੋਕਾਂ ਦੀ ਹੋਈ ਮੌਤ। ਪੂਰਬੀ ਲਦਾਖ ਦੀ ਗਲਵਾਨ ਘਾਟੀ ਵਿੱਚ ਚੀਨ ਅਤੇ ਭਾਰਤੀ ਸੈਨਿਕਾਂ ਵਿਚਾਲੇ ਹੋਈ ਹਿੰਸਕ ਝੜਪ ਨੂੰ ਇੱਕ ਹਫ਼ਤਾ ਹੋ ਗਿਆ ਹੈ। ਇਸ ਹਿੰਸਕ ਝੜਪ ਤੋਂ ਬਾਅਦ ਦੋਹਾਂ ਦੇਸ਼ਾਂ ਵਿਚਾਲੇ ਤਣਾਅ ਦਾ ਮਾਹੌਲ ਸੀ। ਕੱਲ ਚੀਨ ਦੀ ਸਰਹੱਦ ਤੇ ਮਾਲਡੋ ਵਿੱਚ ਦੋਹਾਂ ਦੇਸ਼ਾਂ ਵਿਚਾਲੇ ਲੈਫਟੀਨੈਂਟ ਜਨਰਲ ਪੱਧਰ ਦੀ ਗੱਲਬਾਤ ਹੋਈ। ਸੈਨਾ ਦੇ ਮੁਤਾਬਿਕ ਗੱਲਬਾਤ ਇੱਕ ਚੰਗੇ ਮਾਹੌਲ ਵਿੱਚ ਹੋਈ ਹੈ। ਹੁਣ ਪੂਰਬੀ ਲਦਾਖ ਵਿੱਚ ਟਕਰਾਅ ਵਾਲੀ ਜਗ੍ਹਾ ਤੋਂ ਦੋਵਾਂ ਦੇਸ਼ਾਂ ਦੀਆਂ ਫੌਜਾਂ ਦੇ ਪਿੱਛੇ ਹਟਣ ਲਈ ਸਹਿਮਤੀ ਬਣੀ ਹੈ। ਭਾਰਤ ਅਤੇ ਚੀਨ ਵਿਚਲੇ ਮਾਲਡੋ ਵਿੱਚ ਲੈਫਟੀਨੈਂਟ ਜਨਰਲ ਪੱਧਰ ਦੀ ਦੂਜੀ ਮੁਲਾਕਾਤ 11 ਘੰਟੇ ਚੱਲੀ। ਭਾਰਤ ਦੀ ਤਰਫੋਂ 14ਵੀਂ ਕੋਰ ਦੇ ਕਮਾਂਡਰ ਲੈਫਟੀਨੈਂਟ ਜਨਰਲ ਹਰਿੰਦਰ ਸਿੰਘ ਨੇ ਸ਼ਿਰਕਤ ਕੀਤੀ ਸੀ। ਸੂਤਰਾਂ ਮੁਤਾਬਿਕ ਭਾਰਤ ਨੇ ਇਸ ਮੁਲਾਕਾਤ ਵਿੱਚ ਪੂਰਬੀ ਲਦਾਖ ਦੇ ਪੈਨਗੋਂਗ ਤਸੋ ਖੇਤਰ ਤੋਂ ਚੀਨੀ ਸੈਨਿਕਾਂ ਨੂੰ ਹਟਾਉਣ ਦੀ ਮੰਗ ਕੀਤੀ ਸੀ। ਭਾਰਤੀ ਅਧਿਕਾਰੀਆਂ ਨੇ ਗਲਵਾਨ ਵਿੱਚ ਹੋਈ ਹਿੰਸਕ ਝੜਪ ਨੂੰ ਚੀਨ ਦੀ ਯੋਜਨਾਬੱਧ ਸਾਜ਼ਿਸ਼ ਅਤੇ ਨਿਰਦਈ ਹਰਕਤ ਦੱਸਿਆ। ਗਲਵਾਨ ਘਾਟੀ ਵਿੱਚ ਹੋਈ ਝੜਪ ਦੌਰਾਨ ਭਾਰਤੀ ਸੈਨਾ ਦੇ 20 ਜਵਾਨ ਸ਼ਹੀਦ ਹੋਏ ਨੇ। ਇਸ ਦੌਰਾਨ ਮੰਗਲਵਾਰ ਨੂੰ ਸੈਨਾ ਮੁਖੀ ਜਨਰਲ ਮਨੋਜ ਮੁਕੰਦ ਨਿਰਵਾਣੇ ਲੇਹ ਦਾ ਦੌਰਾ ਕਰਨ ਲਈ ਪਹੁੰਚੇ। ਇਸ ਮੌਕੇ ਉਨ੍ਹਾਂ ਭਾਰਤ ਚੀਨ ਦੀ ਝੜਪ ਦੌਰਾਨ ਜ਼ਖਮੀ ਹੋਏ ਭਾਰਤੀ ਫੌਜੀਆਂ ਦਾ ਹਾਲ-ਚਾਲ ਜਾਣਿਆ। ਇੱਥੇ ਦੱਸ ਦਈਏ ਕਿ ਉਹ 2 ਦਿਨ ਲਈ ਲੇਹ ਰੁਕਣਗੇ ਅਤੇ ਭਾਰਤ ਚੀਨ ਦਰਮਿਆਨ ਪੈਦਾ ਹੋਏ ਹਾਲਾਤ ਦਾ ਜਾਇਜ਼ਾ ਵੀ ਲੈਣਗੇ। ਇਸ ਤੋਂ ਪਹਿਲਾਂ ਸੋਮਵਾਰ ਨੂੰ ਨਿਰਵਾਣੇ ਨੇ ਦਿੱਲੀ ਵਿੱਚ ਸੈਨਾ ਦੇ ਕਮਾਂਡਰਾਂ ਨਾਲ ਮੀਟਿੰਗ ਕਰਦਿਆਂ ਲਦਾਖ, ਅਰੁਣਾਚਲ ਪ੍ਰਦੇਸ਼, ਉੱਤਰਾਖੰਡ ਅਤੇ ਹਿਮਾਚਲ ਪ੍ਰਦੇਸ਼ ਵਿੱਚ ਸਰਹੱਦੀ ਵਿਵਾਦ ਦਾ ਪੂਰਾ ਵੇਰਵਾ ਲਿਆ ਸੀ। ਭਾਰਤ ਚੀਨ ਸੰਬੰਧਾਂ ਵਿੱਚ ਖਿੱਚੋਤਾਣ ਦੌਰਾਨ ਵਿਦੇਸ਼ ਮੰਤਰੀ ਐਸ ਜੈਸ਼ੰਕਰ ਚੀਨ ਤੇ ਰੂਸ ਦੇ ਵਿਦੇਸ਼ ਮੰਤਰੀਆਂ ਨਾਲ ਮੀਟਿੰਗ ਵਿੱਚ ਸ਼ਾਮਿਲ ਹੋਏ। ਗਲਵਾਨ ਘਾਟੀ ਵਿੱਚ ਫੌਜੀ ਝੜਪ ਤੋਂ ਬਾਅਦ ਭਾਰਤ ਚੀਨ ਦੇ ਵਿਦੇਸ਼ ਮੰਤਰੀਆਂ ਨੇ ਵੀਡੀਓ ਕਾਨਫਰੰਸ ਜ਼ਰੀਏ ਪਹਿਲੀ ਵਾਰ ਆਮੋ-ਸਾਹਮਣੇ ਗੱਲਬਾਤ ਕੀਤੀ ਹੈ। ਮੀਟਿੰਗ ਵਿੱਚ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਕਿਹਾ ਕਿ ਦੁਨੀਆ ਦੀਆਂ ਮੇਨ ਆਵਾਜ਼ਾਂ ਨੂੰ ਹਰ ਤਰੀਕੇ ਨਾਲ ਸੁਣਿਆ ਜਾਣਾ ਚਾਹੀਦਾ ਹੈ। ਅੰਤਰਰਾਸ਼ਟਰੀ ਕਾਨੂੰਨ ਦਾ ਸਨਮਾਨ ਕਰਨਾ, ਸਾਂਝੇਦਾਰੀ ਦੇ ਹਿੱਤਾਂ ਨੂੰ ਪਛਾਣਨਾ, ਬਹੁਪੱਖਵਾਦ ਦਾ ਸਮਰਥਨ ਕਰਨਾ ਤੇ ਚੰਗਿਆਈ ਨੂੰ ਪ੍ਰਫੁੱਲਿਤ ਕਰਨਾ ਹੀ ਟਿਕਾਊ ਵਿਸ਼ਵ ਵਿਵਸਥਾ ਬਣਾਉਣ ਦਾ ਇੱਕੋ ਇੱਕ ਜ਼ਰੀਆ ਹੈ। ਉਨ੍ਹਾਂ ਕਿਹਾ ਕਿ ਇਹ ਵਿਸ਼ੇਸ਼ ਮੀਟਿੰਗ ਅੰਤਰਰਾਸ਼ਟਰੀ ਸੰਬੰਧਾਂ ਦੇ ਟਾਈਮ ਟੈਸਟਡ ਪ੍ਰਿੰਸੀਪਲ ਵਿੱਚ ਉਨ੍ਹਾਂ ਦੇ ਵਿਸ਼ਵਾਸ ਨੂੰ ਦੁਹਰਾਉਂਦੀ ਹੈ। ਪਰ ਅੱਜ ਦੀ ਚੁਣੌਤੀ ਧਾਰਨਾਵਾਂ ਤੇ ਮਾਪਦੰਡਾਂ ਦੀ ਨਹੀਂ, ਬਲਕਿ ਇਸ ਦੇ ਸਨਮਾਨ ਰੂਪ ਵਿੱਚ ਅਭਿਆਸ ਕਰਨ ਦੀ ਹੈ। ਪੂਰਬੀ ਲਦਾਖ ਦੀ ਗਲਵਾਨ ਘਾਟੀ ਵਿੱਚ 15 ਜੂਨ ਨੂੰ ਭਾਰਤ ਅਤੇ ਚੀਨ ਦੇ ਫੌਜੀਆਂ ਵਿੱਚ ਹੋਏ ਹਿੰਸਕ ਸੰਘਰਸ਼ ਤੋਂ ਬਾਅਦ ਟਕਰਾਅ ਵਧਣ ਦੀਆਂ ਸੰਭਾਵਨਾਵਾਂ ਕਾਰਨ ਰੂਸ ਦੀ ਅਪੀਲ ਤੋਂ ਬਾਅਦ ਇਹ ਗੱਲਬਾਤ ਹੋ ਰਹੀ ਹੈ। ਭਾਰਤ ਪਹਿਲਾਂ ਇਸ REC ਮੀਟਿੰਗ ਵਿੱਚ ਸ਼ਾਮਿਲ ਹੋਣ ਨੂੰ ਲੈ ਕੇ ਤਿਆਰ ਨਹੀਂ ਸੀ, ਪਰ ਸੰਮੇਲਨ ਦੇ ਮੇਜ਼ਬਾਨ ਰੂਸ ਦੀ ਅਪੀਲ ਤੋਂ ਬਾਅਦ ਉਹ ਇਸ ਵਿੱਚ ਸ਼ਾਮਿਲ ਹੋਣ ਤੋਂ ਸਹਿਮਤ ਹੋ ਗਿਆ। ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ 17 ਜੂਨ ਨੂੰ ਚੀਨ ਦੇ ਵਿਦੇਸ਼ ਮੰਤਰੀ ਵਾਂਗ ਈ ਨਾਲ ਗੱਲਬਾਤ ਦੌਰਾਨ ਕਿਹਾ ਸੀ ਕਿ ਚੀਨੀ ਫੌਜ ਦੀ ਸੋਚੀ ਸਮਝੀ ਸਾਜ਼ਿਸ਼ ਸੀ। ਇਸ ਦਾ ਦੁਵੱਲੇ ਸੰਬੰਧਾਂ ਤੇ ਗੰਭੀਰ ਅਸਰ ਪਏਗਾ। ਕਾਂਗਰਸ ਦੇ ਸੀਨੀਅਰ ਨੇਤਾ ਪੀ ਚਿਦੰਬਰਮ ਨੇ UPA ਸਰਕਾਰ ਦੇ ਸਮੇਂ 600 ਵਾਰ ਹੋਈ ਚੀਨੀ ਘੁਸਪੈਠ ਦਾ ਮੁੱਦਾ ਚੁੱਕਣ ਨੂੰ ਲੈ ਕੇ ਮੰਗਲਵਾਰ ਨੂੰ ਭਾਜਪਾ ਪ੍ਰਧਾਨ ਜਗਤ ਪ੍ਰਕਾਸ਼ ਨੱਡਾ ਤੇ ਪਲਟਵਾਰ ਕੀਤਾ ਤੇ ਕਿਹਾ ਕਿ ਨੱਡਾ 2015 ਤੋਂ ਹੁਣ ਤੱਕ ਚੀਨ ਵੱਲੋਂ 2264 ਵਾਰ ਕੀਤੀ ਗਈ ਘੁਸਪੈਠ ਤੇ PM ਨਰਿੰਦਰ ਮੋਦੀ ਤੋਂ ਜਵਾਬ ਮੰਗਣ ਦੀ ਹਿੰਮਤ ਨਹੀਂ ਕਰਨਗੇ। ਉਨ੍ਹਾਂ ਨੇ ਟਵੀਟ ਕੀਤਾ ਹੈ ਕਿ ਹਾਂ, ਘੁਸਪੈਠ ਹੋਈ ਸੀ, ਪਰ ਚੀਨ ਨੇ ਕਿਸੇ ਭਾਰਤੀ ਖੇਤਰ ਵਿੱਚ ਕਬਜ਼ਾ ਨਹੀਂ ਕੀਤਾ ਤੇ ਹਿੰਸਕ ਝੜਪ ਵਿੱਚ ਕਿਸੇ ਭਾਰਤੀ ਜਵਾਨ ਦੀ ਜਾਨ ਨਹੀਂ ਗਈ ਹੈ। ਸਾਬਕਾ ਗ੍ਰਹਿ ਮੰਤਰੀ ਨੇ ਕਿਹਾ ਕਿ JP ਨੱਡਾ 2015 ਤੋਂ 2264 ਵਾਰ ਹੋਈ ਚੀਨੀ ਘੁਸਪੈਠ ਦੇ ਪ੍ਰਧਾਨ ਮੰਤਰੀ ਤੋਂ ਜਵਾਬ ਮੰਗਣਗੇ। ਮੈਂ ਸ਼ਰਤ ਲਗਾ ਸਕਦਾ ਹਾਂ ਕਿ ਉਹ ਸਵਾਲ ਪੁੱਛਣ ਦੀ ਹਿੰਮਤ ਨਹੀਂ ਕਰਨਗੇ। ਉਧਰ ਸ੍ਰੀ ਮੁਕਤਸਰ ਸਾਹਿਬ ਵਿਖੇ ਰਾਸ਼ਟਰੀ ਮਹਾਵੀਰ ਸੈਨਾ ਵੱਲੋਂ ਚੀਨ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ ਤੇ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਚੀਨ ਦਾ ਧੱਕਾ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। उन्होंने कहा कि चीन ਨੂੰ ਮੂੰਹ ਤੋੜਵਾ ਜਵਾਬ ਦੇਣਾ ਚਾਹੀਦਾ ਹੈ।
ਦੇਸ਼ ਵਿੱਚ ਮਹਾਮਾਰੀ ਦਾ ਕਹਿਰ ਲਗਾਤਾਰ ਵਧਦਾ ਜਾ ਰਿਹਾ ਹੈ ਤੇ ਸਿਹਤ ਮੰਤਰਾਲੇ ਵੱਲੋਂ ਜਾਰੀ ਅੰਕੜੇ ਮੁਤਾਬਿਕ ਦੇਸ਼ ਵਿੱਚ ਕੁੱਲ ਮਰੀਜ਼ਾਂ ਦੀ ਗਿਣਤੀ 4,40,215 ਹੋ ਗਈ ਹੈ। ਇਸ ਚੋਂ 14,011 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ ਸਰਗਰਮ ਕੇਸ 1,78,014 ਨੇ। ਮਹਾਮਾਰੀ ਦੇ ਕਹਿਰ ਦਰਮਿਆਨ ਚੰਗੀ ਖਬਰ ਇਹ ਵੀ ਹੈ ਕਿ ਜਿੱਥੇ ਵਾਇਰਸ ਦੇ ਮਾਮਲੇ ਵਧ ਰਹੇ ਨੇ, ਉਨੀ ਹੀ ਤੇਜ਼ ਰਫ਼ਤਾਰ ਨਾਲ ਲੋਕ ਠੀਕ ਵੀ ਹੋ ਰਹੇ ਨੇ। ਹੁਣ ਤੱਕ 2,48,190 ਲੋਕ ਠੀਕ ਹੋ ਚੁੱਕੇ ਨੇ। ਪਿਛਲੇ 24 ਘੰਟਿਆਂ ਦੀ ਜੇਕਰ ਗੱਲ ਕੀਤੀ ਜਾਏ ਤਾਂ ਮਹਾਮਾਰੀ ਦੇ 14,933 ਨਵੇਂ ਕੇਸ ਸਾਹਮਣੇ ਆਏ ਨੇ ਅਤੇ 312 ਲੋਕਾਂ ਦੀ ਮੌਤ ਹੋ ਚੁੱਕੀ ਹੈ। ਮਹਾਮਾਰੀ ਨਾਲ ਸਭ ਤੋਂ ਵੱਧ ਪ੍ਰਭਾਵਿਤ ਮਹਾਰਾਸ਼ਟਰ ਹੈ, ਜਿੱਥੇ ਕੁੱਲ ਮਰੀਜ਼ਾਂ ਦੀ ਗਿਣਤੀ 1,35,796 ਹੋ ਗਈ ਹੈ, ਜਿਸ ਚੋਂ 6,283 ਲੋਕਾਂ ਦੀ ਮੌਤ ਹੋ ਚੁੱਕੀ ਹੈ। ਹੁਣ ਤੱਕ 67,000 ਤੋਂ ਵਧੇਰੇ ਲੋਕ ਠੀਕ ਹੋ ਚੁੱਕੇ ਨੇ। ਔਰ ਦਿੱਲੀ 'ਚ ਮਹਾਮਾਰੀ ਕਾਰਨ ਦੂਜੇ ਨੰਬਰ ਤੇ ਹੈ, ਜਿੱਥੇ ਮਰੀਜ਼ਾਂ ਦਾ ਕੁੱਲ ਅੰਕੜਾ 62,000 ਨੂੰ ਪਾਰ ਕਰ ਗਿਆ। ਇਸ ਮਹਾਮਾਰੀ ਦੀ ਲਪੇਟ ਵਿੱਚ ਆਉਣ ਕਾਰਨ ਦਿੱਲੀ ਵਿੱਚ 2,233 ਲੋਕਾਂ ਦੀ ਮੌਤ ਹੋ ਚੁੱਕੀ ਹੈ। ਪਤੰਜਲੀ ਯੋਗਪੀਠ ਫੇਸ 2 ਵਿੱਚ ਯੋਗ ਗੁਰੂ ਬਾਬਾ ਰਾਮਦੇਵ ਤੇ ਆਚਾਰੀਆ ਬਾਲਕ੍ਰਿਸ਼ਨ ਨੇ ਪ੍ਰੈਸ ਕਾਨਫਰੰਸ ਕੀਤੀ। ਇਸ ਦੌਰਾਨ ਉਹਨਾਂ ਕੋਵਿਡ-19 ਨਾਲ ਜੰਗ ਲਈ ਦਿਵਯ ਕੋਰੋਨਿਲ ਟੈਬਲੇਟ ਸਮੇਤ 3 ਦਵਾਈਆਂ ਲਾਂਚ ਕੀਤੀਆਂ ਨੇ। ਨਾਲ ਹੀ 100% ਦੀ ਰਿਕਵਰੀ ਦਾ ਦਾਅਵਾ ਕੀਤਾ ਹੈ। ਬਾਬਾ ਰਾਮਦੇਵ ਨੇ ਦੱਸਿਆ ਕਿ ਦਵਾਈ ਪ੍ਰੀਖਣ ਦੇ 3 ਦਿਨਾਂ ਦੇ ਅੰਦਰ 69% ਦੀ ਮਰੀਜ਼ ਰਿਕਵਰ ਹੋਏ ਨੇ। 7 ਦਿਨਾਂ ਦੇ ਅੰਦਰ 100% ਦੀ ਠੀਕ ਹੋਏ ਨੇ ਤੇ ਉਹਨਾਂ ਦੀ ਰਿਪੋਰਟ ਨੈਗੇਟਿਵ ਆਈ ਹੈ। ਬਾਬਾ ਰਾਮਦੇਵ ਨੇ ਦੱਸਿਆ ਕਿ ਐਤਵਾਰ ਨੂੰ ਆਰਡੀਨਰੀਅਲ ਐਪ ਲਾਂਚ ਕੀਤਾ ਜਾਏਗਾ। ਇਸ ਜ਼ਰੀਏ 3 ਦਿਨਾਂ ਦੇ ਅੰਦਰ ਘਰ ਬੈਠੇ ਦਵਾਈ ਮਿਲ ਜਾਏਗੀ। ਬਾਬਾ ਰਾਮਦੇਵ ਨੇ ਕੋਵਿਡ-19 ਦੀਆਂ 3 ਦਵਾਈਆਂ ਸ਼ਵਾਸਾਰ ਬੱਟੀ, ਦਿਵਯ ਕੋਰੋਨਿਲ ਟੈਬਲੇਟ ਤੇ ਅਣੂ ਤੇ ਲਾਂਚ ਕੀਤੀਆਂ ਨੇ। ਇਹਨਾਂ ਦੀ ਵਰਤੋਂ ਇਕੱਠੀ ਕਰਨੀ ਹੈ। ਉਹਨਾਂ ਵੀ ਦੱਸਿਆ ਕਿ ਪਲੈਸਵੋ ਕਲੀਨਿਕਲ ਕੰਟਰੋਲ ਟ੍ਰਾਇਲ 100 ਲੋਕਾਂ ਉੱਪਰ ਕੀਤਾ ਗਿਆ ਹੈ। ਸਾਰੇ 15 ਤੋਂ 65 ਉਮਰ ਵਰਗ ਦੇ ਨੇ। ਦਵਾਈਆਂ ਦੀ ਵਰਤੋਂ ਨਾਲ 3 ਦਿਨਾਂ ਵਿੱਚ 69% ਦੀ ਮਰੀਜ਼ ਪੋਜ਼ਿਟਿਵ ਤੋਂ ਨੈਗੇਟਿਵ ਹੋਏ ਨੇ। ਉਹਨਾਂ ਵੀ ਕਿਹਾ ਕਿ ਦਵਾਈ ਬਣਾਉਂਦੇ ਸਮੇਂ ਸਾਇੰਟੀਫਿਕ ਪੈਰਾਮੀਟਰ ਦਾ ਧਿਆਨ ਰੱਖਿਆ ਗਿਆ ਹੈ। ਸੈਕੰਡ ਟ੍ਰਾਇਲ ਜਲਦ ਹੀ ਕ੍ਰਿਟੀਕਲ ਮਰੀਜ਼ਾਂ ਤੇ ਕੀਤਾ ਜਾਏਗਾ। ਉਹਨਾਂ ਵੀ ਕਿਹਾ ਕਿ ਅਰੁਣਾਲਿਕ ਤੇਲ ਵੀ ਕਰੋਨਾ ਦੀ ਦਵਾਈ ਵਿੱਚ ਸ਼ਾਮਿਲ ਹੈ। ਇਸ ਦੀਆਂ 3 ਤੋਂ 5 ਬੂੰਦਾਂ ਨੱਕ ਵਿੱਚ ਪਾਉਣ ਨਾਲ ਸਾਹ ਨਲੀ ਵਿੱਚ ਕੋਵਿਡ-19 ਦੇ ਅਸਰ ਨੂੰ ਖਤਮ ਕਰਕੇ ਪੇਟ ਤੱਕ ਲੈ ਜਾਂਦਾ ਹੈ। ਬਾਬਾ ਰਾਮਦੇਵ ਨੇ ਦੱਸਿਆ ਕਿ ਇਹ ਦਵਾਈ ਬਲੱਡ ਪ੍ਰੈਸ਼ਰ, ਹਾਰਟਬੀਟ ਤੇ ਨਾੜਾਂ ਨੂੰ ਵੀ ਕੰਟਰੋਲ ਕਰਦੀ ਹੈ। ਰਾਮਦੇਵ ਮੁਤਾਬਿਕ ਕੋਵਿਡ-19 ਦੀ ਦਵਾਈ ਬਾਜ਼ਾਰ ਵਿੱਚ ਆ ਗਈ ਹੈ। ਨਾਲ ਹੀ ਇਸ ਨੂੰ ਆਨਲਾਈਨ ਵੀ ਖਰੀਦਿਆ ਜਾ ਸਕਦਾ ਹੈ। ਇਸ ਦੇ ਲਈ ਐਪ ਲਾਂਚ ਕੀਤਾ ਜਾਏਗਾ। ਪਤੰਜਲੀ ਮੁਤਾਬਿਕ ਮਹਾਮਾਰੀ ਦੀ ਦਵਾਈ ਕੋਰੋਨਿਲ ਦੀ ਕੀਮਤ 400 ਰੁਪਏ, ਸ਼ਵਾਸਾਰ ਰਸ ਬੱਟੀ ਦੀ ਕੀਮਤ 120 ਅਤੇ ਅਣੂਨਾਸਿਕ ਤੇਲ ਦੀ ਕੀਮਤ 25 ਰੁਪਏ ਹੈ। ਇੱਕ ਮਹੀਨੇ ਦੀ ਦਵਾਈ 545 ਰੁਪਏ ਵਿੱਚ ਮਿਲੇਗੀ। तो अंदाजा है कि पतंजलि योगपीठ वालों दसा गया कि कोविड-19 टैबलेट ते हुई एक खोज पतंजलि रिसर्च इंस्टीट्यूट हरिद्वार ते नैशनल इंस्टीट्यूट ऑफ मैडिकल साइंस जयपुर के सांझे यत्नां दा नतीजा है। टैबलेट का निर्माण दिव्य फार्मेसी ते पतंजलि आयुर्वेद लिमिटेड हरिद्वार विच किया जा रहा है। तो गल करिए पंजाब की, तो पंजाब में महामारी का कहर लगातार जारी है। अज इस बीमारी नाल 3 होर मौतां ते 80 नवे पॉजिटिव केस सामने आए हैं। अमृतसर, लुधियाना ते जलंधर च एक मरीज की मौत हुई है। इस तो इलावा जलंधर तो 38, बठिंडा तो 20, पटियाला तो 13, मोगा तो 11, अमृतसर तो 10 और मानसा तो 1 पॉजिटिव केस आया। बठिंडा में आए 20 पॉजिटिव केसों चों कुछ बाहरले राज्यों तो परते सन। इस तरह जिले में पीड़ितां की गिनती 102 हो गई है। लुधियाना में महामारी नाल मौतां दा कहर बढ़दा जा रहा है। मंगलवार नूं एक होर मौत हो जाने तो बाद जिले में मौतां दा अंकड़ा 18 हो गया। बारूद के पटिया के रहने वाले 85 साल बजुर्ग की मौत SPS हस्पताल में हुई है, जो कोरोना तो इलावा बजुर्ग नूं BP, शुगर और दमे की भी शिकायत सी। अमृतसर में मंगलवार नूं एक मौत ते 10 पॉजिटिव केस सामने आए हैं, जिस तो बाद कुल केसां की गिनती 818 हो गई है तो मौतां की गिनती भी 32 हो गई है। जलंधर में एक 60 साल औरत की मौत ते 25 नवे पॉजिटिव केस सामने आए हैं। इस दे नाल ही जिले में कोविड-19 पॉजिटिव मरीजों की कुल गिनती 591 हो गई है। यह भी जानकारी मिली है कि वैस्ट हल्के तो विधायक सुशील कुमार रिंकू होम क्वारंटाइन हो गए हैं। पटियाला में 2 गर्भवती औरतों समेत 13 व्यक्तियों की रिपोर्ट कोरोना पॉजिटिव आई है। आज सवेरे आईयां रिपोर्टां मुताबिक मोगा विच भी नवे 11 केस आउण नाल इलाके विच सहम दा माहौल बनिया होया है। इस दे नाल ही पीड़ितां की कुल गिनती 90 हो गई है। सेहत विभाग के अधिकारी ने दस्सिया कि एक पुलिस मुलाजम समेत कोविड-19 के 11 केस पॉजिटिव आए ने। ये मरीज विदेश तो वापस आए ने। उन्होंने दस्सिया कि पीड़ितां विच लोहारा के जवाहर नवोदया विद्यालय का अध्यापक भी शामिल है। मानसा के कस्बा सरदूलगढ़ लागले पिंड फूसमंडी विच दिल्ली तो आए रिश्तेदारी विच आई औरत का वायरस टेस्ट पॉजिटिव आया। उसनूं सिविल हस्पताल मानसा विच आइसोलेशन वार्ड विच इलाज लई भेज दिता गया। फिरोजपुर विच कुल 3 मामले सामने आए हैं, जिन्हां विच 2 साल की लड़की भी महामारी तो पीड़ित पाई गई है। बरनाला विच भी 3 नवे केस सामने आए हैं।
ਪੰਜਾਬ ਵਿੱਚ ਲਗਾਤਾਰ ਮਹਾਮਾਰੀ ਦੇ ਮਾਮਲੇ ਵਧ ਰਹੇ ਨੇ, ਜਿਸ ਨੂੰ ਲੈ ਕੇ ਪਟਿਆਲਾ ਵਿੱਚ ਵੀ ਹੁਣ ਇਹਨਾਂ ਦੀ ਤਾਦਾਦ ਵਧਦੀ ਜਾ ਰਹੀ ਹੈ। ਤਾਜ਼ਾ ਰਿਪੋਰਟਾਂ ਮੁਤਾਬਿਕ 13 ਨਵੇਂ ਮਾਮਲੇ ਸਾਹਮਣੇ ਆਏ ਨੇ, ਜਿਨ੍ਹਾਂ ਦੀਆਂ ਦੇਰ ਰਾਤ ਆਈਆਂ ਰਿਪੋਰਟਾਂ ਵਿੱਚ ਪੁਸ਼ਟੀ ਹੋਈ ਹੈ। ਸਿਵਲ ਸਰਜਨ ਹਰੀਸ਼ ਮਲਹੋਤਰਾ ਨੇ ਕਿਹਾ ਕਿ ਪੋਜ਼ਿਟਿਵ ਮਰੀਜ਼ਾਂ ਵਿੱਚ ਫਰੀਦਕੋਟ ਦੇ ਰਹਿਣ ਵਾਲੇ ਇੱਕ ਫੌਜੀ ਦੀ ਰਿਪੋਰਟ ਪੋਜ਼ਿਟਿਵ ਮਿਲੀ ਹੈ। ਇਸ ਦੇ ਨਾਲ ਹੀ ਇੱਕ ਦਿੱਲੀ ਦਾ ਰਹਿਣ ਵਾਲਾ ਛੋਟਾ ਬੱਚਾ ਪੋਜ਼ਿਟਿਵ ਪਾਇਆ ਗਿਆ ਹੈ। ਸਿਹਤ ਵਿਭਾਗ ਵੱਲੋਂ ਉੱਥੋਂ ਦੇ ਸਿਵਲ ਸਰਜਨ ਨੂੰ ਜਾਣਕਾਰੀ ਦਿੱਤੀ ਗਈ ਹੈ। ਜ਼ਿਲ੍ਹੇ ਵਿੱਚ ਕੋਵਿਡ-19 ਪੀੜਤਾਂ ਦੀ ਕੁੱਲ ਗਿਣਤੀ 227 ਹੋ ਗਈ ਹੈ, ਜਦਕਿ ਐਕਟਿਵ ਕੇਸਾਂ ਦੀ ਗਿਣਤੀ 90 ਹੈ। ਪੰਜਾਬ ਵਿੱਚ ਅਨਲੌਕ 1 ਤਹਿਤ ਪੰਜਾਬ ਸਰਕਾਰ ਨੇ ਲਾਕਡਾਊਨ ਨੂੰ ਪੂਰੀ ਤਰ੍ਹਾਂ ਖੋਲ੍ਹਣ ਵੱਲ ਤੇਜ਼ੀ ਨਾਲ ਅੱਗੇ ਵਧਣਾ ਸ਼ੁਰੂ ਕਰ ਦਿੱਤਾ ਹੈ। ਸਰਕਾਰ ਨੇ ਰੈਸਟੋਰੈਂਟ ਸੰਬੰਧੀ ਦਿਸ਼ਾ ਨਿਰਦੇਸ਼ ਜਾਰੀ ਕੀਤੇ ਨੇ। ਜੀ ਹਾਂ, ਇੱਕ ਵਾਰ ਫਿਰ ਲੋਕ ਸੂਬੇ ਵਿੱਚ ਰੈਸਟੋਰੈਂਟਾਂ ਵਿੱਚ ਖਾਣ ਦਾ ਆਨੰਦ ਲੈ ਸਕਣਗੇ। ਰਾਜ ਵਿੱਚ ਰੈਸਟੋਰੈਂਟ ਰਾਤ 8 ਵਜੇ ਤੱਕ ਖੁੱਲ੍ਹ ਸਕਦੇ। ਹਾਲਾਂਕਿ ਕੋਰੋਨਾ ਦੀ ਰੋਕਥਾਮ ਲਈ ਚੱਲ ਰਹੇ ਉਪਾਵਾਂ ਦੀ ਪਾਲਣਾ ਕਰਨੀ ਵੀ ਜ਼ਰੂਰੀ ਹੋਏਗੀ। ਉਧਰ ਹੋਟਲ ਜਾਂ ਰੈਸਟੋਰੈਂਟ ਵਿੱਚ ਸਿਰਫ 50% ਲੋਕ ਹੀ ਹੋਣੇ ਚਾਹੀਦੇ ਨੇ। ਲੋਕ ਹੁਣ ਹੋਟਲ ਤੇ ਰੈਸਟੋਰੈਂਟ ਵੀ ਬੁੱਕ ਕਰ ਸਕਦੇ ਨੇ। ਸਰਕਾਰ ਨੇ ਢਾਬੇ ਖੋਲ੍ਹਣ ਤੇ ਵਿਆਹਾਂ ਸੰਬੰਧੀ ਵੀ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਨੇ। ਵਿਆਹ ਵਿੱਚ 50% ਮਹਿਮਾਨ ਹੀ ਸ਼ਾਮਿਲ ਹੋ ਸਕਣਗੇ। 50 ਮਹਿਮਾਨਾਂ ਲਈ ਘੱਟੋ-ਘੱਟ 5000 ਸਕੁਆਇਰ ਫੁੱਟ ਦਾ ਬੈਂਕੁਏਟ ਹਾਲ ਹੋਣਾ ਲਾਜ਼ਮੀ ਹੈ। ਵਿਆਹ ਵਿੱਚ ਸ਼ਰਾਬ ਪਰੋਸੀ ਜਾ ਸਕੇਗੀ। ਗੁਰੂ ਨਾਨਕ ਦੇਵ ਥਰਮਲ ਪਲਾਂਟ ਬਠਿੰਡਾ ਨੂੰ ਬੰਦ ਕਰਨ ਦਾ ਮਾਮਲਾ ਗਰਮਾ ਗਿਆ ਹੈ। ਆਮ ਆਦਮੀ ਪਾਰਟੀ ਤੇ ਅਕਾਲੀ ਦਲ ਵੱਲੋਂ ਵਿੰਡੇ ਸੰਘਰਸ਼ ਜਾਂ ਸੇਕ ਕਾਂਗਰਸ ਮਹਿਸੂਸ ਕਰਨ ਲੱਗੀ ਹੈ। ਇਸ ਬਾਰੇ ਪੰਜਾਬ ਸਰਕਾਰ ਦਾ ਪੱਖ ਸਪਸ਼ਟ ਕਰਨ ਲਈ ਅੱਜ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਮੀਡੀਆ ਨੂੰ ਮੁਖਾਤਿਬ ਹੋਏ। ਉਹਨਾਂ ਆਪਣੀ ਰਿਹਾਇਸ਼ ਤੇ ਪ੍ਰੈਸ ਕਾਨਫਰੰਸ ਕਰਕੇ ਇਸ ਬਾਰੇ ਸ਼ੁਰੂ ਹੋਏ ਵਿਵਾਦ ਤੇ ਆਪਣੀ ਸਫਾਈ ਪੇਸ਼ ਕੀਤੀ। ਮਨਪ੍ਰੀਤ ਬਾਦਲ ਨੇ ਕਿਹਾ ਕਿ ਸੂਬੇ ਵਿੱਚ ਭਰਮ ਪੈਦਾ ਕੀਤਾ ਜਾ ਰਿਹਾ ਹੈ ਕਿ ਥਰਮਲ ਪਲਾਂਟ ਵੇਚ ਦਿੱਤਾ ਗਿਆ ਹੈ, ਜਦਕਿ ਅਜਿਹਾ ਨਹੀਂ ਹੈ। ਉਹਨਾਂ ਕਿਹਾ ਕਿ ਗੁਰੂ ਨਾਨਕ ਦੇਵ ਥਰਮਲ ਪਲਾਂਟ ਬਠਿੰਡਾ ਬੰਦ ਕਰਨ ਦੇ 3 ਪਹਿਲੂ ਨੇ। ਪਹਿਲਾ ਕਿ ਪਲਾਂਟ 38 ਤੋਂ 43 ਸਾਲ ਉਮਰ ਪੂਰੀ ਕਰ ਚੁੱਕਿਆ ਹੈ। ਦੂਜਾ, ਪ੍ਰਸ਼ਾਸਨਿਕ ਅਤੇ ਵਾਤਾਵਰਣ ਦਾ ਪਹਿਲੂ ਵੀ ਇੱਕ ਕਾਰਨ ਹੈ। ਬਠਿੰਡਾ ਨੂੰ ਇੰਡਸਟਰੀ ਹੱਬ ਬਣਾਇਆ ਜਾਏਗਾ। ਇੰਡਸਟਰੀ ਪਾਰਕ ਵਜੋਂ ਜ਼ਮੀਨ ਡਿਵੈਲਪ ਕੀਤੀ ਜਾਏਗੀ। ਉਹਨਾਂ ਕਿਹਾ ਕਿ ਪਲਾਂਟ ਲੋਡ ਫੈਕਟਰ 8% ਤੋਂ ਥੱਲੇ ਰਿਹਾ ਹੈ। ਮਸ਼ੀਨਰੀ ਪੁਰਾਣੀ ਸੀ। ਬਿਜਲੀ ਯੂਨਿਟ 7.70 ਰੁਪਏ ਪੈਂਦੀ ਸੀ। ਇਸ ਤੋਂ ਇਲਾਵਾ ਉਹਨਾਂ ਕਿਹਾ ਕਿ ਮੁਲਾਜ਼ਮਾਂ ਦੀ ਗੱਲ ਕਰੀਏ ਤਾਂ ਇੱਥੇ 1057 ਰੈਗੂਲਰ, 131 ਆਊਟਸੋਰਸ, 200 ਦੇ ਕਰੀਬ ਕੰਟਰੈਕਟ ਤੇ ਨੇ। ਸਭ ਨੂੰ ਹਰ ਥਾਂ ਰੁਜ਼ਗਾਰ ਦਿੱਤਾ ਗਿਆ ਹੈ। ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਸਾਲਾਨਾ 110 ਕਰੋੜ ਰੁਪਏ ਪਲਾਂਟ ਦੀ ਦੇਖਰੇਖ ਨੂੰ ਲੱਗਦੇ ਨੇ। ਉਹਨਾਂ ਕਿਹਾ ਕਿ 164 ਏਕੜ ਝੀਲ ਉਵੇਂ ਕਾਇਮ ਰਹੇਗੀ, ਸਗੋਂ ਪਾਣੀ ਦੀ ਵਰਤੋਂ ਪੀਣ ਲਈ ਕੀਤੀ ਜਾਏਗੀ। ਇਸ ਝੀਲ ਵਾਟਰ ਸਪਲਾਈ ਦਾ ਹਿੱਸਾ ਬਣੇਗੀ। ਕਲੋਨੀ 280 ਏਕੜ ਜ਼ਮੀਨ ਵਿੱਚ ਸਿਵਲ ਲਾਈਨ ਤੇ ਪੁਲਿਸ ਲਾਈਨ ਦੇ ਅਧਿਕਾਰੀ ਤੇ ਮੁਲਾਜ਼ਮ ਥਰਮਲ ਕਲੋਨੀ ਵਿੱਚ ਸ਼ਿਫਟ ਹੋਣਗੇ। 65 ਏਕੜ ਜ਼ਮੀਨ ਸਿਟੀ ਸੈਂਟਰ ਲਈ ਵਰਤੀ ਜਾਏਗੀ। ਆਮ ਆਦਮੀ ਪਾਰਟੀ ਦੇ ਆਗੂਆਂ ਨੇ ਪਟਿਆਲਾ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਿਵਾਸ ਦੇ ਸਾਹਮਣੇ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਆਪ ਵਿਧਾਇਕ ਪਿਰਮਲ ਸਿੰਘ ਖਾਲਸਾ ਨੇ ਪੰਚਾਇਤੀ ਜ਼ਮੀਨ ਵਿੱਚ 1/3 ਹਿੱਸਾ ਐਸਸੀ ਭਾਈਚਾਰੇ ਲਈ ਖੇਤੀ ਕਰਨ ਲਈ ਰਾਖਵਾਂ ਰੱਖਣ ਦੀ ਮੰਗ ਕੀਤੀ ਹੈ। ਉਹਨਾਂ ਦੱਸਿਆ ਕਿ ਹਾਲੇ ਤੱਕ ਉਹਨਾਂ ਨੂੰ ਮੁੱਖ ਮੰਤਰੀ ਦੀ ਰਿਹਾਇਸ਼ ਤੋਂ ਕੋਈ ਵੀ ਅਧਿਕਾਰੀ ਜਾਂ ਜ਼ਿਲ੍ਹਾ ਪ੍ਰਸ਼ਾਸਨ ਦਾ ਅਧਿਕਾਰੀ ਮਿਲਣ ਨਹੀਂ ਆਇਆ, ਪਰ ਉਹ ਵੀ ਆਪਣੀ ਸਮੱਸਿਆ ਜੋ ਉਹਨਾਂ ਦੇ ਜ਼ਿਆਦਾਤਰ ਇਲਾਕੇ ਨਾਲ ਸੰਬੰਧਿਤ ਹੈ ਦੱਸਣ ਲਈ ਬਜ਼ਿੱਦ ਨੇ। ਉਹਨੇ ਵੀ ਸਪਸ਼ਟ ਕੀਤਾ ਹੈ ਕਿ ਜਦੋਂ ਤੱਕ ਉਹਨਾਂ ਦੀ ਸਮੱਸਿਆ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੱਕ ਪਹੁੰਚਾਉਣ ਦਾ ਵਿਸ਼ਵਾਸ ਨਹੀਂ ਦਿਵਾਇਆ ਜਾਂਦਾ, ਉਦੋਂ ਤੱਕ ਇਹ ਇੱਥੋਂ ਨਹੀਂ ਹਟਣਗੇ। ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਸੱਦੇ ਤੇ ਪੰਜਾਬ ਭਰ ਦੇ ਨਿੱਜੀ ਹਸਪਤਾਲਾਂ ਵੱਲੋਂ ਇੱਕ ਦਿਨਾ ਹੜਤਾਲ ਕੀਤੀ ਜਾ ਰਹੀ ਹੈ। ਇਸ ਦੇ ਚੱਲਦਿਆਂ ਸ੍ਰੀ ਮੁਕਤਸਰ ਸਾਹਿਬ ਵਿੱਚ ਨਿੱਜੀ ਹਸਪਤਾਲਾਂ ਤੇ ਕਲੀਨਿਕ ਵਾਲਿਆਂ ਨੇ ਹੜਤਾਲ ਕੀਤੀ ਤੇ ਪੰਜਾਬ ਸਰਕਾਰ ਦੀ ਨੁਕਤਾਚੀਨੀ ਕੀਤੀ ਕਿ ਉਹ ਜੋ ਐਕਟ ਲਾਗੂ ਕਰ ਰਹੀ ਹੈ ਉਹ ਉਹਨਾਂ ਨੂੰ ਮਨਜ਼ੂਰ ਨਹੀਂ ਹੈ। ਉਧਰ ਲੁਧਿਆਣਾ ਦੇ ਡੀਐਮਸੀ ਹਸਪਤਾਲ ਬਾਹਰ ਉਸ ਵੇਲੇ ਵੱਡਾ ਹੰਗਾਮਾ ਹੋ ਗਿਆ ਜਦੋਂ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਸੱਦੇ ਤੇ ਅੱਜ ਨਿੱਜੀ ਹਸਪਤਾਲ ਬੰਦ ਰੱਖਣ ਦਾ ਸੱਦਾ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਡੀਐਮਸੀ ਹਸਪਤਾਲ ਨੂੰ ਬੰਦ ਕਰਾਉਣ ਪਹੁੰਚੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਮੈਂਬਰਾਂ ਦੀ ਹਸਪਤਾਲ ਵਿੱਚ ਤੈਨਾਤ ਸੁਰੱਖਿਆ ਮੁਲਾਜ਼ਮਾਂ ਦੇ ਨਾਲ ਜੰਮ ਕੇ ਧੱਕਾਮੁੱਕੀ ਹੋਈ। ਐਸੋਸੀਏਸ਼ਨ ਦੇ ਸੀਨੀਅਰ ਉਪ ਪ੍ਰਧਾਨ ਗੌਰਵ ਸਚਦੇਵਾ ਨੇ ਕਿਹਾ ਕਿ ਹਸਪਤਾਲ ਦੇ ਡਾਕਟਰ ਤਾਂ ਉਹਨਾਂ ਦਾ ਸਾਥ ਦੇ ਰਹੇ ਨੇ, ਪਰ ਹਸਪਤਾਲ ਪ੍ਰਸ਼ਾਸਨ ਉਹਨਾਂ ਦੇ ਖਿਲਾਫ ਹੈ। ਉਹਨਾਂ ਕਿਹਾ ਕਿ ਸ਼ਾਂਤਮਈ ਢੰਗ ਨਾਲ ਚੱਲ ਰਹੇ ਪ੍ਰਦਰਸ਼ਨ ਨੂੰ ਸੁਰੱਖਿਆ ਮੁਲਾਜ਼ਮਾਂ ਨੇ ਹਿੰਸਕ ਬਣਾ ਦਿੱਤਾ। ਉਹਨਾਂ ਕਿਹਾ ਕਿ ਹਸਪਤਾਲ ਦੇ ਓਪੀਡੀ ਸੇਵਾ ਚੱਲ ਰਹੀ ਹੈ, ਜਿਸ ਸੰਬੰਧੀ ਉਹ ਮੈਨੇਜਮੈਂਟ ਨਾਲ ਗੱਲਬਾਤ ਕਰਨਗੇ। ਉਧਰ ਦੂਜੇ ਪਾਸੇ ਪੁਲਿਸ ਚੌਂਕੀ ਦੇ ਇੰਚਾਰਜ ਵੀ ਡਾਕਟਰ ਵੱਲੋਂ ਕੀਤੇ ਹੰਗਾਮੇ ਨੂੰ ਲੈ ਕੇ ਮੌਕੇ ਤੇ ਪੁੱਜੇ। ਉਹਨਾਂ ਕਿਹਾ ਕਿ ਉਹਨਾਂ ਵੱਲੋਂ ਵਿੱਚ ਵਿਚਾਰ ਕੀਤਾ ਗਿਆ ਤੇ ਮਾਮਲੇ ਦੀ ਜਾਂਚ ਜਾਰੀ ਹੈ। ਤਰਨਤਾਰਨ ਦੇ ਪਿੰਡ ਕਾਲੇ ਵਿਖੇ ਪਾਣੀ ਵਾਲੀ ਟੈਂਕੀ ਤੇ ਚੜੇ ਕਿਸਾਨ ਨੇ ਜ਼ਹਿਰੀਲੀ ਦਵਾਈ ਨਿਗਲੀ। ਕਿਸਾਨ ਲੱਖਾ ਸਿੰਘ ਵੱਲੋਂ ਪਾਣੀ ਵਾਲੀ ਟੈਂਕੀ ਤੇ ਚੜ੍ਹ ਕੇ ਜ਼ਹਿਰੀਲੀ ਦਵਾਈ ਹੱਥ ਵਿੱਚ ਫੜ ਕੇ ਮੰਗ ਕੀਤੀ ਜਾ ਰਹੀ ਹੈ ਕਿ ਉਸ ਦੀ ਮਾਲਕੀ ਜ਼ਮੀਨ ਦੇ ਵਿੱਚੋਂ ਪਿੰਡ ਦਾ ਸਰਪੰਚ ਜ਼ਬਰਦਸਤੀ ਪੰਚਾਇਤੀ ਜ਼ਮੀਨ ਦਾ ਵੇਰਵਾ ਦੇ ਕੇ ਉਸ ਤੇ ਕਬਜ਼ਾ ਕਰਨਾ ਚਾਹੁੰਦਾ ਹੈ, ਜਿਸ ਦੇ ਰੋਸ ਵਜੋਂ ਜਸਵੀਰ ਦਾ ਕਿਸਾਨ ਟੈਂਕੀ ਤੇ ਜ਼ਹਿਰੀਲੀ ਦਵਾਈ ਲੈ ਕੇ ਚੜ੍ਹ ਗਿਆ ਸੀ। ਜਦ ਦੇਰ ਸ਼ਾਮ ਕਿਸਾਨ ਦੀ ਜ਼ਮੀਨ ਵਿੱਚ ਪ੍ਰਸ਼ਾਸਨ ਨੇ ਨਿਸ਼ਾਨਦੇਹੀ ਕਰਕੇ ਨਿਸ਼ਾਨੀਆਂ ਲਾਈਆਂ ਤਾਂ ਉਸ ਦੇ ਰੋਸ ਵਜੋਂ ਕਿਸਾਨ ਨੇ ਦਵਾਈ
ਦਵਾਈ ਨਿਕਲੀ ਤੇ ਇਸ ਮੌਕੇ ਤੇ ਜਦ ਕਿਸਾਨ ਨੇ ਦਵਾਈ ਪੀਤੀ ਤਾਂ ਸਾਰਾ ਪ੍ਰਸ਼ਾਸਨ ਉਥੋਂ ਨਿਕਲਦਾ ਬਣਿਆ। ਕਿਸੇ ਨੇ ਵੀ ਕਿਸਾਨ ਨੂੰ ਟੈਂਕੀ ਤੋਂ ਨਹੀਂ ਲਾਇਆ ਅਤੇ ਕਿਸਾਨ ਦੀ ਹਾਲਤ ਵੇਖਦੇ ਹੋਏ ਪਿੰਡ ਵਾਸੀਆਂ ਨੇ ਉਸ ਨੂੰ ਟੈਂਕੀ ਤੋਂ ਥੱਲੇ ਉਤਾਰਿਆ, ਜਿਸ ਨੂੰ ਜ਼ੇਰੇ ਇਲਾਜ ਭਿੱਖੀਵਿੰਡ ਦੇ ਪ੍ਰਾਈਵੇਟ ਹਸਪਤਾਲ ਵਿੱਚ ਭੇਜ ਦਿੱਤਾ ਗਿਆ ਹੈ। ਫਿਲਹਾਲ ਖਬਰਾਂ ਦੇ ਇਸ ਬੁਲਟਨ 'ਚ ਇੰਨਾ ਹੀ। ਦੇਸ਼ ਦੁਨੀਆ ਦੀ ਬਾਕੀ ਗਤੀਵਿਧੀਆਂ ਦੀ ਜਾਣਕਾਰੀ ਲਈ ਤੁਸੀਂ ਬਣੇ ਰਹੋ ਸਾਡੇ ਨਾਲ। ਚੰਡੀਗੜ੍ਹ ਟਾਈਮ TV ਤੇ। ਧੰਨਵਾਦ।